Dear students, welcome. Our today's topic is related to reading comprehension. Reading is an important skill which broadens our outlook and widens our mental horizon. ਜੋ ਰੀਡਿੰਗ ਸਕਿੱਲ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਇੱਕ ਤਾਂ ਆਊਟਲੁੱਕ ਆ ਉਹ ਬ੍ਰੋਡਨ ਹੁੰਦਾ ਹੈ, ਵਾਸਟ ਹੁੰਦਾ ਹੈ ਤੇ ਜਿਹੜਾ ਮੈਂਟਲ ਹੋਰਾਈਜ਼ਨ ਹੈ ਉਹਦੇ ਵਿੱਚ ਵੀ ਜਿਹੜੀ ਵਾਈਡਨੈਸ ਹੁੰਦੀ ਹੈ। ਬੈਕਨ ਹੈਜ਼ ਰਾਈਟਲੀ ਸੈਡ, ਬੈਕਨ ਨੇ ਕਿਹਾ ਹੈ that reading makes a ready man, means ਜਿਹੜੀ ਰੀਡਿੰਗ ਆ ਉਹ ਇੱਕ ਵਿਅਕਤੀ ਨੂੰ ਰੈਡੀ ਕਰਦੀ ਹੈ, ਤਿਆਰ ਕਰਦੀ ਹੈ। It is only through reading the students can develop their mental abilities. Today youth is not educated until he becomes an effective reader. Means ਅਸੀਂ ਅੱਜ ਦਾ ਜਿਹੜਾ ਯੂਥ ਹੈ ਉਹਨੂੰ ਉਨੀ ਦੇਰ ਤੱਕ ਐਜੂਕੇਟਡ ਨਹੀਂ ਕਹਿ ਸਕਦੇ ਜਿੰਨੀ ਦੇਰ ਤੱਕ ਉਹ ਇਫੈਕਟਿਵ ਰੀਡਰ ਨਹੀਂ ਬਣ ਸਕਦਾ। It is matter of common experience that much of the reading work that is done at the school level remains half. Means ਜਿਹੜਾ ਸਕੂਲ ਲੈਵਲ 'ਤੇ ਰੀਡਿੰਗ ਵਰਕ ਕਰਵਾਇਆ ਜਾਂਦਾ ਉਹ ਹਾਫ ਰਹਿ ਗਿਆ ਹੈ because the pupils never get to comprehend the material given for reading. ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਕੰਪਰੀਹੈਂਸ਼ਨ ਦੇ ਲਈ ਜਿਹੜਾ ਮਟੀਰੀਅਲ ਹੈ, ਰੀਡਿੰਗ ਮਟੀਰੀਅਲ ਉਹ ਨਹੀਂ ਦਿੱਤਾ ਜਾਂਦਾ। Neither the teacher aims to enabling his pupils comprehend the general as well as specific meaning carried by the paragraph, nor are the pupils able to answer precisely what the writer of the para has tried to convey in the given material when the new reading books are placed in the hands of the pupils of the lower classes. It means ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਨਾ ਤਾਂ ਟੀਚਰ ਧਿਆਨ ਦਿੰਦਾ ਹੈ ਅਤੇ ਨਾ ਹੀ ਬੱਚੇ ਧਿਆਨ ਦਿੰਦੇ ਆ। ਜੇਕਰ ਉਹਨਾਂ ਨੂੰ ਕੋਈ ਵੀ ਬੁੱਕ ਦਾ ਚੈਪਟਰ ਰੀਡ ਕਰ ਰਹੇ ਨੇ ਜਾਂ ਕੁਛ ਐਕਸਟਰਾ ਤਾਂ ਉਹਦੇ ਵਿੱਚ ਜੇ ਕੋਈ ਡਿਫੀਕਲਟ ਵਰਡ ਲੱਗਦਾ ਤਾਂ ਬੱਚੇ ਉਹਨੂੰ ਐਜ਼ ਇਟ ਛੱਡ ਦਿੰਦੇ ਨੇ ਅਤੇ ਟੀਚਰ ਵੀ ਕੋਈ ਉਹਨਾਂ ਦੀ ਹੈਲਪ ਨਹੀਂ ਕਰਦਾ ਅਤੇ ਨਾ ਹੀ ਬੱਚੇ ਧਿਆਨ ਦਿੰਦੇ ਕਿਉਂਕਿ ਬੱਚੇ ਛੋਟੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਅਤੇ ਉਹਨਾਂ ਨੂੰ ਜਿਹੜੀਆਂ ਹੋਰ ਬੁੱਕਸ ਨੇ ਉਹਨਾਂ ਨੂੰ ਹੈਂਡ ਓਵਰ ਕਰ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਪੜ੍ਹਨ ਦੇ ਲਈ। ਦੇ ਆਰ ਕਿਊਰੀਅਸ ਟੂ ਓਪਨ ਦੈਮ, ਉਹਨਾਂ ਨੂੰ ਪੜ੍ਹਨ ਦੇ ਲਈ ਕਿਊਰੀਅਸ ਹੁੰਦੇ ਨੇ। ਮੈਨੂੰ ਲੱਗਦਾ ਕਿ ਅਸੀਂ ਇਹਦੇ ਵਿੱਚੋਂ ਕੁਛ ਛੇਤੀ ਪੜ੍ਹੀਏ ਐਂਡ ਨੋ ਅਬਾਊਟ ਦਾ ਕੰਟੈਂਟ ਐਂਡ ਪਿਕਚਰਸ ਐਂਡ ਇਲਸਟ੍ਰੇਸ਼ਨਸ ਦੈਟ ਆਰ ਗਿਵਨ ਦੇਅਰ। ਅਤੇ ਜਿਹੜੇ ਬੱਚੇ ਨੇ ਉਹ ਕੰਟੈਂਟ ਬਾਰੇ ਜਾਣਕਾਰੀ ਲੈਂਦੇ ਨੇ, ਜਿਹੜੀਆਂ ਪਿਕਚਰਸ ਅਤੇ ਇਲਸਟ੍ਰੇਸ਼ਨ ਦਿੱਤੀਆਂ ਹੁੰਦੀਆਂ ਨੇ ਉਹਦੇ ਬਾਰੇ ਬੱਚੇ ਸਿੱਖਦੇ ਆ, ਪੜ੍ਹਦੇ ਆ ਉਹਨਾਂ ਨੂੰ। ਦ ਪੀਪਲਸ ਇਨ ਦਾ ਹਾਇਰ ਕਲਾਸਿਸ ਟਰਨ ਓਵਰ ਦ ਪੇਜਸ, ਹੁਣ ਜਦੋਂ ਹਾਇਰ ਕਲਾਸਿਸ ਹੁੰਦੀਆਂ ਜਿਹੜੇ ਬੱਚੇ ਨੇ ਸਿਰਫ ਪੇਜ ਟਰਨ ਕਰਦੇ ਆ, ਪਲਟਦੇ ਆ। ਗਲਾਂਸਿੰਗ ਨਾਟ ਓਨਲੀ ਐਟ ਦਾ ਪਿਕਚਰਸ ਬਟ ਆਲਸੋ ਰੀਡਿੰਗ, ਅਤੇ ਉਹ ਨਾਲ ਉੱਪਰ ਇੱਕ ਝਾਤ ਮਾਰਦੇ ਪਿਕਚਰਸ ਦੇ ਉੱਪਰ, ਰੀਡ ਕਰਦੇ ਨੇ। ਲਿਟਲ ਬਿਟਸ ਹੇਅਰ ਐਂਡ ਦੇਅਰ ਵਿਦ ਅ ਕ੍ਰਿਟੀਕਲ ਆਈ ਔਨ ਦਾ ਸਬਜੈਕਟ ਮੈਟਰ, ਇਲਸਟ੍ਰੇਸ਼ਨ ਐਂਡ ਕੰਪਰੀਹੈਂਸ਼ਨ ਐਕਸਰਸਾਈਜ਼। ਹੁਣ ਜਿਹੜੇ ਬੱਚੇ ਨੇ ਉਹ ਦੇਖਦੇ ਆ ਵੀ ਕੀ ਇਹਦੇ ਵਿੱਚ ਇਲਸਟ੍ਰੇਟ ਕੀਤਾ ਗਿਆ, ਕੀ ਸਬਜੈਕਟ ਮੈਟਰ ਹੈ, ਕੀ ਕੰਪਰੀਹੈਂਸ਼ਨ ਐਕਸਰਸਾਈਜ਼ ਨੇ। ਇਟ ਇਜ਼ ਦਿਸ ਕਰਿਓਸਿਟੀ ਵਿਚ ਦ ਟੀਚਰ ਆਫ ਏ ਫੋਰਨ ਲੈਂਗੁਏਜ ਕੈਨ ਐਕਸਪਲੋਇਟ ਟੂ ਦਾ ਫੁੱਲੈਸਟ ਐਡਵਾਂਟੇਜ। ਹੁਣ ਮੀਨਸ ਜਿਹੜਾ ਟੀਚਰ ਹੈ ਉਹੀ ਬੱਚਿਆਂ ਦੇ ਵਿੱਚ ਵਧੀਆ ਜਿਹੜੀ ਕਰਿਓਸਿਟੀ ਉਹ ਪੈਦਾ ਕਰ ਸਕਦਾ ਜਦੋਂ ਕਿ ਬੱਚਿਆਂ ਨੂੰ ਫੋਰਨ ਲੈਂਗੁਏਜ ਸਿਖਾਉਣੀ ਹੈ। ਦ ਨੇਚਰ ਆਫ ਰੀਡਿੰਗ ਕੰਪਰੀਹੈਂਸ਼ਨ, ਰੀਡਿੰਗ ਇਜ਼ ਬੇਸਿਕਲੀ ਕੋਗਨੀਟਿਵ ਪ੍ਰੋਸੈਸ। ਕੋਗਨੀਟਿਵ ਮੀਨਸ ਗਿਆਨ ਦੇ ਨਾਲ ਸੰਬੰਧਿਤ ਹੈ। ਜਿੰਨਾ ਜ਼ਿਆਦਾ ਅਸੀਂ ਰੀਡ ਕਰਾਂਗੇ ਉਨੇ ਸਾਡਾ ਜਿਹੜਾ ਕੋਗਨੀਟਿਵ ਡਿਵੈਲਪਮੈਂਟ ਹੈ ਉਹ ਹੋਏਗੀ। ਆਵਰ ਆਈਜ਼ ਸੀ ਸਰਟਨ ਸਿੰਬਲਸ, ਸਾਡੀ ਜਿਹੜੀ ਆਈਜ਼ ਨੇ ਉਹ ਕੁਛ ਸਿੰਬਲਸ ਨੂੰ ਦੇਖਦੀਆਂ ਨੇ। ਐਂਡ ਦਾ ਮਾਈਂਡ ਰਿਸੀਵਡ ਦਾ ਮੈਸੇਜ ਐਂਡ ਡੀਕੋਡਸ ਇਟ, ਅਤੇ ਸਾਡਾ ਜਿਹੜਾ ਮਾਈਂਡ ਆ ਉਹ ਮੈਸੇਜ ਨੂੰ ਰਿਸੀਵ ਕਰਦਾ ਅਤੇ ਉਹਨੂੰ ਡੀਕੋਡ ਕਰਦਾ, ਮੀਨਸ ਉਹਦਾ ਅਰਥ ਲੱਭਿਆ ਜਾਂਦਾ ਹੈ, ਸਾਡੇ ਦਿਮਾਗ ਦੇ ਦੁਆਰਾ ਸੋਚਿਆ ਜਾਂਦਾ ਹੈ। ਬਟ ਮੇਅਰਲੀ ਸੀਇੰਗ ਐਂਡ ਡੀਕੋਡਿੰਗ ਦਾ ਸਿੰਬਲਸ ਇਜ਼ ਨਾਟ ਰੀਡਿੰਗ। ਜੇ ਹੁਣ ਅਸੀਂ ਇਕੱਲਾ ਸਿਰਫ ਦੇਖ ਰਹੇ ਹਾਂ ਅਤੇ ਡੀਕੋਡ ਕਰ ਰਹੇ ਹਾਂ ਉਹਦੇ ਸਿੰਬਲਸ ਨੂੰ ਤਾਂ ਇਹਨੂੰ ਅਸੀਂ ਰੀਡਿੰਗ ਨਹੀਂ ਕਹਾਂਗੇ। ਇਟ ਇਨਵੋਲਵਸ ਕੰਪਰੀਹੈਂਸ਼ਨ ਆਲਸੋ। ਕੰਪਰੀਹੈਂਸ਼ਨ ਹੁੰਦਾ ਵੀ ਡੀਪਲੀ ਕਿਸੇ ਚੀਜ਼ ਨੂੰ ਰੀਡ ਕਰਨਾ। what is then meant by the nature of reading comprehension? In simple words, reading with comprehension means the total grasp of the material read, means ਜਿੰਨਾ ਵੀ ਮਟੀਰੀਅਲ ਹੈ ਉਹਨੂੰ ਟੋਟਲ ਰੀਡ ਕਰਨਾ, ਗ੍ਰੈਸਪ ਕਰਨਾ। ਇਟ ਇੰਪਲਾਈਜ਼ ਅੰਡਰਸਟੈਂਡਿੰਗ ਦਾ ਓਵਰਆਲ ਮੀਨਿੰਗ ਕੰਟੇਨਡ ਇਨ ਦਾ ਮਟੀਰੀਅਲ। ਹੁਣ ਇਹਦੇ ਵਿੱਚ ਕੀ ਚੀਜ਼ ਆਏਗੀ, ਇੱਕ ਤਾਂ ਓਵਰਆਲ ਮੀਨਿੰਗ ਕੀ ਹੈ ਜਿਹੜਾ ਮਟੀਰੀਅਲ ਦਿੱਤਾ ਗਿਆ ਪੜ੍ਹਨ ਦੇ ਲਈ। ਗ੍ਰੈਸਪ ਆਫ ਨਿਊ ਵਰਡਸ, ਨਵੇਂ ਵਰਡ ਸਿੱਖੇ ਜਾਂਦੇ ਆ। ਫਰੇਜ਼ਸ ਅਤੇ ਆਈਡੀਅਮਸ ਇਨ ਦੇਅਰ ਕੰਟੈਕਸਟ, ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਵਰਤਿਆ ਗਿਆ ਜਿਹੜੇ ਫਰੇਜ਼ਸ ਅਤੇ ਆਈਡੀਅਮਸ ਨੇ। ਐਂਡ ਗ੍ਰੈਸਪ ਆਫ ਨਿਊ ਸਟਰਕਚਰ, ਫਿਰ ਜਿਹੜੇ ਨਵਾਂ ਸਟਰਕਚਰ ਹੁੰਦਾ ਸੈਂਟੈਂਸਸ ਦਾ, ਵਰਡਸ ਨੂੰ ਮਿਲਾ ਕੇ ਕਿਸ ਤਰੀਕੇ ਨਾਲ ਬਣਿਆ ਉਹਨੂੰ ਗ੍ਰੈਸਪ ਕਰਨਾ, ਮੀਨਸ ਸਿੱਖਣਾ।
ਐਂਡ ਅਦਰ ਗ੍ਰਾਮੈਟੀਕਲ ਪੈਕੂਲੈਰਿਟੀਜ਼। ਫਿਰ ਜਿਹੜੀਆਂ ਗ੍ਰਾਮੈਟੀਕਲ ਪੈਕੂਲੈਰਿਟੀਜ਼ ਨੇ ਕਿ ਕਿਸ ਤਰੀਕੇ ਨਾਲ ਜਿਹੜੇ ਸੈਂਟੈਂਸ ਮੇਕਿੰਗ ਹੈਗੀ ਆ ਉਹਨੂੰ ਸਿੱਖਣਾ। ਇਨ ਅਦਰ ਵਰਡਸ, one can be said to have read with comprehension if at the finish of the reading material one knows the new words, understands the use of new structures, and gets at the general meaning hidden behind the material, the comprehension of which is desired। ਹੁਣ comprehension ਦੇ ਵਿੱਚ ਕਿ ਬੱਚਾ ਜਿਹੜਾ ਉਹ ਜੋ ਵੀ ਰੀਡਿੰਗ ਮਟੀਰੀਅਲ ਨੂੰ ਫਿਨਿਸ਼ ਕਰਦਾ ਹੈ, ਮੀਨਸ ਫਿਨਿਸ਼ਿੰਗ ਕਿਸ ਤਰੀਕੇ ਨਾਲ ਦਿੰਦਾ, ਰੀਡ ਕਰਕੇ ਉਹਨੂੰ, ਅਤੇ ਨਵੇਂ ਵਰਡ ਸਿੱਖਦਾ ਉਹਨਾਂ ਨੂੰ, ਅਤੇ ਜਿਹੜੇ ਨਿਊ ਸਟਰਕਚਰਸ ਨੇ ਉਹਨਾਂ ਨੂੰ ਯੂਜ਼ ਕਰਨਾ ਸਿੱਖਦਾ, ਅਤੇ ਜਿਹੜੇ ਜਨਰਲ ਮੀਨਿੰਗ ਹੁੰਦੇ ਨੇ ਉਹਨਾਂ ਨੂੰ ਸਿੱਖਦਾ, ਅਤੇ ਜੋ ਹਿਡਨ ਬਿਹਾਈਂਡ ਦਾ ਮਟੀਰੀਅਲ, ਜੋ ਕੁਛ ਉਸ ਮਟੀਰੀਅਲ ਦੇ ਵਿੱਚ ਛੁਪਿਆ ਹੁੰਦਾ ਉਹਨੂੰ ਬੱਚਾ ਯਾਦ ਕਰਦਾ, ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਲੈਂਦਾ। ਇਨ ਦਿਸ ਪ੍ਰੋਸੈਸ ਦਾ ਰੋਲ ਆਫ ਟੀਚਰ ਇਜ਼ ਟੂ ਐਕਟ ਐਜ਼ ਅ ਗਾਈਡ, showing his class how to uncover all that is there is the subject matter। ਟੀਚਰ ਨੇ ਤਾਂ ਸਿਰਫ ਬੱਚਿਆਂ ਨੂੰ ਗਾਈਡ ਕਰਨਾ। all that is to be examined in the construction patterns and planned paragraphs in which the material is presented। ਅਤੇ ਜਿਹੜੇ ਟੀਚਰ ਹੈ ਸਿਰਫ ਉਹਨੇ ਗਾਈਡ ਹੀ ਕਰਨਾ ਅਤੇ ਦੇਖਣਾ ਕਿ ਜਿਹੜਾ ਉਹਨਾਂ ਨੂੰ ਮਟੀਰੀਅਲ ਦਿੱਤਾ ਗਿਆ ਉਹ ਬੱਚਿਆਂ ਦੇ ਅਕੋਰਡਿੰਗ ਸਹੀ ਢੰਗ ਨਾਲ ਪੈਰਾਗ੍ਰਾਫਸ ਦੇ ਵਿੱਚ ਵੈਲ ਪਲੈਨਡ ਅਤੇ ਕੰਸਟਰਕਸ਼ਨ ਪੈਟਰਨ ਦੇ ਵਿੱਚ ਹੋਣਾ ਜ਼ਰੂਰੀ ਹੈ। ਰੀਡਿੰਗ ਫॉर ਕੰਪਰੀਹੈਂਸ਼ਨ। ਕੰਪਰੀਹੈਂਸ਼ਨ ਡਿਫੀਕਲਟੀਜ਼। ਫਸਟ ਇਹਦੇ ਵਿੱਚ ਹੈ ਕਿਹੜੀਆਂ ਡਿਫੀਕਲਟੀਜ਼ ਆਉਂਦੀਆਂ ਨੇ ਜਦੋਂ ਬੱਚਾ ਕੰਪਰੀਹੈਂਸ਼ਨ ਕਰਦਾ। ਫਸਟ ਹੈ ਦ ਪ੍ਰੈਜੈਂਸ ਆਫ ਅਨਫੈਮੀਲੀਅਰ ਵਰਡਸ, ਕਿਉਂਕਿ ਕੁਛ ਵਰਡਸ ਉਹਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਬੱਚੇ ਲਈ ਅਨਫੈਮੀਲੀਅਰ ਹੁੰਦੇ ਨੇ, ਮੀਨਸ ਜਿਨ੍ਹਾਂ ਬਾਰੇ ਬੱਚਾ ਨਹੀਂ ਜਾਣਦਾ ਹੁੰਦਾ। is the first difficulty। In order to understand the theme of the paragraph, the pupils need to know the meanings as well as pronunciation of the new words। ਮੀਨਸ ਬੱਚੇ ਨੂੰ ਜਦੋਂ ਉਹਨੇ ਪੈਰਾਗ੍ਰਾਫ ਦੀ ਥੀਮ ਨੂੰ ਸਮਝਣਾ ਹੈ ਤਾਂ ਉਹਨੂੰ ਜਿਹੜੇ ਨਿਊ ਵਰਡਸ ਨੇ ਅਤੇ ਉਹਨਾਂ ਦੀ ਜਿਹੜੀ ਪ੍ਰੋਨਾਂਸੀਏਸ਼ਨ ਆ ਉਹ ਸਹੀ ਢੰਗ ਨਾਲ ਆਉਂਦੀ ਹੋਣੀ ਚਾਹੀਦੀ। ਇਹ ਦਿੱਕਤ ਆਉਂਦੀ ਹੈ। ਦ ਕੰਟੈਕਸਟ ਇਜ਼ ਇਨ ਵਿਚ ਦ ਨਿਊ ਵਰਡਸ ਅਕਰ ਇਜ਼ ਆਫ ਗ੍ਰੇਟ ਇੰਪੋਰਟੈਂਸ, ਕਿਉਂਕਿ ਜਿਹੜੇ ਵਰਡਸ ਨਿਊ ਹੁੰਦੇ ਨੇ ਮੀਨਸ ਜਿਹੜੇ ਬੱਚਾ ਨਹੀਂ ਜਾਣਦਾ ਹੁੰਦਾ ਤਾਂ ਉਹ ਗ੍ਰੇਟ ਇੰਪੋਰਟੈਂਸ ਵਾਲੇ ਹੁੰਦੇ ਨੇ, ਜਿਹਦੇ ਨਾਲ ਕਿ ਜਿਹੜਾ ਪੂਰਾ ਪੈਰਾਗ੍ਰਾਫ ਆ ਉਹਨੂੰ ਸਹੀ ਢੰਗ ਨਾਲ ਬੱਚਾ ਸਮਝ ਸਕਦਾ। ਦ ਪ੍ਰੈਜੈਂਸ ਆਫ ਅਨਫੈਮੀਲੀਅਰ ਸਟਰਕਚਰ, ਫਿਰ ਜਿਹੜਾ ਸਟਰਕਚਰ ਹੁੰਦਾ ਉਹ ਵੀ ਕਈ ਵਾਰ ਅਨਫੈਮੀਲੀਅਰ ਹੁੰਦਾ, ਪੋਜ਼ਸ ਦੈਟ ਡਿਫੀਕਲਟੀ ਫॉर ਦਾ ਰੀਡਰ। ਇਹਦੇ ਨਾਲ ਹੁਣ ਜੋ ਰੀਡਰ ਹੁੰਦਾ ਉਹਨੂੰ ਡਿਫੀਕਲਟੀ ਆਉਂਦੀ ਹੈ। ਇਨ ਮੋਸਟ ਆਫ the traditional readers, the language structures do not occur in graded form। The ungraded language material causes confusion। ਹੁਣ ਜਿਹੜਾ ਮਟੀਰੀਅਲ ਅਨਗ੍ਰੇਡਡ ਹੋਏਗਾ ਉਹਦੇ ਵਿੱਚ ਮੀਨਜ਼ ਜਿਹਦਾ ਜਿਹੜਾ ਸਟਰਕਚਰ ਹੈ ਉਹ ਲੈਂਗੁਏਜ ਸਟਰਕਚਰ ਸਹੀ ਨਹੀਂ ਹੋਏਗਾ, ਗ੍ਰੇਡੇਸ਼ਨ ਉਹਦੀ ਨਹੀਂ ਕੀਤੀ ਹੋਏਗੀ, ਤਾਂ ਉੱਥੇ ਵੀ ਬੱਚੇ ਨੂੰ ਜਿਹੜਾ ਮਟੀਰੀਅਲ ਪੜ੍ਹਨ ਦੇ ਵਿੱਚ, ਰੀਡਿੰਗ ਕਰਨ ਦੇ ਵਿੱਚ ਜਿਹੜੀ ਕਨਫਿਊਜ਼ਨ ਆ ਉਹ ਕ੍ਰੀਏਟ ਹੋਏਗੀ। ਨੈਕਸਟ ਹੈ ਸਪੈਸ਼ਲ ਰੈਫਰੈਂਸਿਸ। ਹੁਣ ਸਪੈਸ਼ਲ ਰੈਫਰੈਂਸ ਕਿਸ ਚੀਜ਼ ਨਾਲ ਰਿਲੇਟਡ ਹੋ ਸਕਦੇ ਨੇ? ਟੂ ਪਲੇਸਿਸ, ਪ੍ਰੋਸੈਸਸ, ਆਬਜੈਕਟਸ, ਇਵੈਂਟਸ ਐਕਸੈਟਰਾ previously known to the pupils go unnoticed, rather intentionally ignored। That way the pupil go only halfway and their comprehension remains shallow। ਹੁਣ ਜਦੋਂ ਜਿਹੜੇ ਬੱਚੇ ਨੇ ਉਹਨਾਂ ਲਈ ਕੋਈ ਇਸ ਤਰ੍ਹਾਂ ਦੇ ਸਪੈਸ਼ਲ ਰੈਫਰੈਂਸਿਸ ਆਉਣਗੇ ਕਿਸੇ ਵੀ ਚੀਜ਼ ਦੇ ਨਾਲ ਰਿਲੇਟਡ, ਤਾਂ ਬੱਚੇ ਉਹਨਾਂ ਬਾਰੇ ਦੇਖੋ ਜਾਣਦੇ ਨਹੀਂ ਹੁੰਦੇ, ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤਾ ਨੋਟਿਸ ਨਹੀਂ ਕਰਦੇ ਵੀ ਸਾਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ, ਅਤੇ ਉਹਨਾਂ ਨੂੰ ਇੰਟੈਂਸ਼ਨਲੀ ਉਹ ਇਗਨੋਰ ਕਰ ਦਿੰਦੇ ਨੇ, ਅਤੇ ਇਹ ਨਾਲ ਜਿਹੜੇ ਬੱਚੇ ਦੀ ਕੰਪਰੀਹੈਂਸ਼ਨ ਆ ਉਹ ਜਿਹੜੀ ਬਹੁਤੀ ਵਧੀਆ ਨਹੀਂ ਹੁੰਦੀ। ਨੈਕਸਟ ਟਾਈਪਸ ਐਂਡ ਆਫ ਰੀਡਿੰਗ ਦੇ ਵਿੱਚ ਅਸੀਂ ਗੱਲ ਕਰਾਂਗੇ ਵਾਟ ਡਜ਼ ਰੀਡਿੰਗ ਕੰਪਰੀਹੈਂਸ਼ਨ ਇਨਵੋਲਵ। ਜਿਹੜੀ ਰੀਡਿੰਗ ਕੰਪਰੀਹੈਂਸ਼ਨ ਆ ਉਹਦੇ ਵਿੱਚ ਕੀ ਕੁਛ ਇਨਵੋਲਵ ਹੈ। ਹੁਣ ਅਸੀਂ ਇਹ ਪੜ੍ਹਿਆ ਸੀ ਕਿ ਜਿਹੜੇ ਬੱਚੇ ਨੇ ਉਹ ਕਿਸ ਤਰੀਕੇ ਨਾਲ ਜਿਹੜੀ ਕੰਪਰੀਹੈਂਸ਼ਨ ਕਰ ਸਕਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਹੜਾ ਉਹਨਾਂ ਨੂੰ ਰੀਡਿੰਗ ਮਟੀਰੀਅਲ ਦਿੱਤਾ ਗਿਆ ਹੁੰਦਾ। Because of the presence of unfamiliar words, unfamiliar structure and reference to unfamiliar places, processes, names, acts, events, etc. If the pupils get the understand much that concerns that aspect of the given material। ਹੁਣ ਜੇਕਰ ਜਿਹੜੇ ਬੱਚੇ ਨੇ ਜੋ ਮਟੀਰੀਅਲ ਦਿੱਤਾ ਗਿਆ ਉਹਨੂੰ ਸਹੀ ਢੰਗ ਨਾਲ ਅੰਡਰਸਟੈਂਡ ਕਰਨਗੇ then will get to know, they will get to know much
that is contained in the passage। ਫਿਰ ਉਹ ਜ਼ਿਆਦਾ ਵਧੀਆ ਢੰਗ ਨਾਲ ਜਾਣ ਸਕਣਗੇ ਕਿ ਪੈਸੇਜ ਦੇ ਵਿੱਚ ਕੀ ਚੀਜ਼ ਹੈ, ਕੀ ਮੈਸੇਜ ਦਿੱਤਾ ਗਿਆ ਹੈ। ਦੇ ਵਿਲ ਆਲਸੋ ਬੀ ਏਬਲ ਟੂ ਆਨਸਰ ਕੁਐਸਚਨਸ ਵਿਚ ਰਿਕੁਆਇਰ ਦਾ ਗ੍ਰੈਸਪ ਆਫ ਪੈਸੇਜ ਮੀਨਡ ਫॉर ਦਾ ਰੀਡਿੰਗ ਪਰਪਜ਼। ਹੁਣ ਜਦੋਂ ਪੈਰਾਗ੍ਰਾਫ ਦਿੱਤਾ ਹੁੰਦਾ ਤਾਂ ਉਹਨੂੰ ਉਹਦੇ ਨਾਲ ਰਿਲੇਟਡ ਨੀਚੇ ਆਨਸਰ ਕੁਐਸਚਨ ਦਿੱਤੇ ਹੁੰਦੇ ਨੇ ਜਿਹਦੇ ਨੂੰ ਪੜ੍ਹ ਕੇ ਬੱਚੇ ਨੇ ਜਿਹੜੇ ਆਨਸਰ ਨੇ ਉਹ ਦੇਣੇ ਹੁੰਦੇ ਆ। ਦਸ ਰੀਡਿੰਗ ਕੰਪਰੀਹੈਂਸ਼ਨ ਇਨਵੋਲਵਸ ਅੰਡਰਸਟੈਂਡਿੰਗ ਦਾ ਮੀਨਿੰਗ ਆਫ। ਹੁਣ ਜਿਹੜੇ ਬੱਚੇ ਨੇ ਉਹ ਕੀ ਸਿੱਖਣਗੇ, ਨਿਊ ਕੰਟੈਂਟ ਵਰਡਸ ਦੈਟ ਦਾ ਰਾਈਟਰ ਗ੍ਰੈਜੂਅਲੀ ਇੰਟਰੋਡਿਊਸਡ। ਮੀਨਸ ਜਿਹੜਾ ਨਵੇਂ ਜਿਹੜੇ ਕੰਟੈਂਟ ਵਰਡਸ ਨੇ ਉਹ ਬੱਚੇ ਸਿੱਖਣਗੇ ਜਿਹੜੇ ਕਿ ਰਾਈਟਰ ਨੇ ਗ੍ਰੈਜੂਅਲੀ ਇੰਟਰੋਡਿਊਸ ਕੀਤੇ ਨੇ। ਮੀਨਸ ਬੱਚਿਆਂ ਨੂੰ ਨਵੀਂ ਨੌਲੇਜ ਦੇਣ ਦੇ ਲਈ ਉਹਦੇ ਵਿੱਚ ਲਿਖਿਆ। ਨਿਊ ਗ੍ਰਾਮੈਟੀਕਲ ਸਟਰਕਚਰ, ਇਹਦੇ ਬਾਰੇ ਬੱਚੇ ਨੂੰ ਪਤਾ ਲੱਗੇਗਾ। ਨਿਊ ਕਨਸੈਪਟਸ ਔਰ ਸਪੈਸ਼ਲ ਰੈਫਰੈਂਸਿਸ, ਇਹਦੇ ਬਾਰੇ ਬੱਚੇ ਨੂੰ ਜਾਣਕਾਰੀ ਮਿਲੇਗੀ। ਰਿਲੇਸ਼ਨਸ਼ਿਪ ਟੂ ਆਈਡੀਆਜ਼ ਦੇ ਨਾਲ ਸੰਬੰਧਾਂ ਬਾਰੇ ਬੱਚੇ ਨੂੰ ਪਤਾ ਚੱਲੇਗਾ। ਸੋ ਬੈਟਰ ਕੰਪਰੀਹੈਂਸ਼ਨ ਆਫ ਦਾ ਮਟੀਰੀਅਲ ਰੀਡ ਔਰ ਪੈਰਾਗ੍ਰਾਫ ਇਨ ਕੁਐਸਚਨਸ ਇਜ਼ ਨਾਟ ਅਚੀਵਡ ਬਾਏ ਮੇਅਰ ਰੀਡਿੰਗ। ਹੁਣ ਜੇਕਰ ਅਸੀਂ ਬਿਲਕੁਲ ਥੋੜ੍ਹਾ ਜਿਹਾ ਪੜ੍ਹ ਕੇ ਕੁਐਸਚਨ ਦੇ ਆਨਸਰ ਦੇਣ ਦੇ ਲਈ ਮਤਲਬ ਤਿਆਰੀ ਕਰਾਂਗੇ ਤਾਂ ਉਹ ਵਧੀਆ ਨਹੀਂ ਹੋਏਗਾ। ਜੇਕਰ ਬੈਟਰ ਕੰਪਰੀਹੈਂਸ਼ਨ ਕਰਨੀ ਹੈ ਤਾਂ ਉਹਦੇ ਲਈ ਪੂਰਾ ਜਿਹੜਾ ਪੈਰਾਗ੍ਰਾਫ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਹੋਣੀ ਜ਼ਰੂਰੀ ਹੈ। ਮੀਨਸ ਪਤਾ ਹੋਵੇ ਡਿਫੀਕਲਟ ਵਰਡਸ ਜਾਂ ਜਿਹੜੇ ਅਨਫੈਮੀਲੀਅਰ ਵਰਡਸ ਹੁੰਦੇ ਨੇ, ਅਨਫੈਮੀਲੀਅਰ ਫਰੇਜ਼ਸ ਹੁੰਦੇ ਨੇ, ਉਹਨਾਂ ਸਾਰਿਆਂ ਬਾਰੇ ਜਿਹੜੀ ਨੌਲੇਜ ਆ ਉਹ ਗੇਨ ਕਰਨੀ ਜ਼ਰੂਰੀ ਹੈ। The teacher shall have to make use of number of devices to bring the pupils to the core of the writer's thought। ਹੁਣ ਜਿਹੜਾ ਟੀਚਰ ਉਹ ਡਿਫਰੈਂਟ ਜਿਹੜੀਆਂ ਨੰਬਰ ਆਫ ਡਿਵਾਈਸਿਸ ਨੂੰ ਯੂਜ਼ ਕਰ ਸਕਦਾ ਹੈ ਅਤੇ ਯੂਜ਼ ਕਰਨੀਆਂ ਚਾਹੀਦੀਆਂ ਨੇ ਉਹਨੂੰ ਕਿਸ ਦੇ ਲਈ, ਤਾਂ ਕਿ ਜੋ ਰਾਈਟਰ ਦਾ ਥਾਟ ਹੈ, ਮੈਸੇਜ ਹੈ, ਉਹ ਬੱਚੇ ਸਹੀ ਢੰਗ ਨਾਲ ਸਮਝ ਸਕਣ। ਹੇਅਰ ਅਗੇਨ ਸਫੀਸ਼ੈਂਟ ਔਰਲ ਵਰਕ ਐਂਡ ਡਰਿਲ ਇਨ ਨਿਊ ਵਰਡਸ। ਹੁਣ ਕਰਨਾ ਕੀ ਹੈ, ਸਫੀਸ਼ੈਂਟ ਔਰਲ ਵਰਕ ਜ਼ਰੂਰੀ ਹੈ। ਡਰਿਲ ਇਨ ਨਿਊ ਵਰਡਸ, ਡਰਿਲ ਕਰਾਉਣੀ ਹੈ, ਜਿਹੜੇ ਨਵੇਂ ਸ਼ਬਦ ਨੇ ਉਹਨਾਂ ਦਾ ਅਭਿਆਸ ਕਰਾਉਣਾ ਹੈ ਅਤੇ ਜਿਹੜੇ ਸਟਰਕਚਰਸ ਨੇ ਉਹਨਾਂ ਬਾਰੇ ਨੌਲੇਜ ਦੇਣੀ ਹੈ। ਸਪੈਸ਼ਲ ਰੈਫਰੈਂਸ ਦੱਸਣੇ ਆ ਕਿ ਕੀ ਹੁੰਦੇ ਆ ਅਤੇ ਇਹ ਕਿਉਂ ਜ਼ਰੂਰੀ ਨੇ। ਐਂਡ ਦਾ ਅਦਰ ਅਨਫੈਮੀਲੀਅਰ ਪਾਰਟਸ ਆਫ ਦਾ ਲੈਂਗੁਏਜ ਵਿਲ ਪ੍ਰੂਵ ਯੂਜ਼ਫੁਲ। ਜਿਹੜੇ ਹੋਰ ਕੋਈ ਅਨਫੈਮੀਲੀਅਰ ਪਾਰਟਸ ਹੁੰਦੇ ਨੇ ਲੈਂਗੁਏਜ ਦੇ ਨਾਲ ਰਿਲੇਟਡ ਤਾਂ ਉਸ ਪੈਰਾਗ੍ਰਾਫ ਦੇ ਵਿੱਚ ਯੂਜ਼ ਕੀਤੇ ਗਏ ਉਹਨਾਂ ਨੂੰ ਵੀ ਪ੍ਰੂਵ ਕਰਨਾ ਹੁੰਦਾ। ਦ ਟਰੂ ਟੈਸਟ ਆਫ ਕੰਪਰੀਹੈਂਸ਼ਨ ਇਜ਼ ਥਰੂ ਕੁਐਸਚਨਸ। ਮੀਨਸ ਜੇਕਰ ਅਸੀਂ ਕਹਿੰਦੇ ਕਿ ਅਸੀਂ ਕੰਪਰੀਹੈਂਸ਼ਨ ਚੈੱਕ ਕਰਨੀ ਹੈ ਬੱਚੇ ਦੀ, ਟੈਸਟ ਕਰਨੀ ਹੈ, ਤਾਂ ਉਹ ਥਰੂ ਕੁਐਸਚਨਸ ਹੀ ਹੋਏਗੀ। ਫॉर द ਪਰਪਜ਼ ਦ ਪਿਊਪਲਸ ਆਰ ਰਿਕੁਆਇਰਡ ਟੂ ਡੂ ਟੂ ਥਿੰਗਸ। ਫਸਟ ਹੈ ਅੰਡਰਸਟੈਂਡਿੰਗ ਦਾ ਕੁਐਸਚਨ, ਪਹਿਲਾ ਹੈ ਵੀ ਬੱਚਾ ਜਿਹੜਾ ਕੁਐਸਚਨ ਦਿੱਤਾ ਗਿਆ ਉਹਨੂੰ ਅੰਡਰਸਟੈਂਡ ਕਰੇ। ਦੈਨ ਸੈਕਿੰਡਲੀ ਕੰਪੋਜ਼ਿੰਗ ਹਿਜ਼ ਆਨਸਰ, ਫਿਰ ਉਹਨੇ ਆਪਣਾ ਜਿਹੜਾ ਆਨਸਰ ਉਹ ਕੰਪੋਜ਼ ਕਰਨਾ ਹੈ, ਕਿਉਂਕਿ ਪੈਰਾਗ੍ਰਾਫ ਦੇ ਵਿੱਚ ਡਾਇਰੈਕਟ ਆਨਸਰ ਨਹੀਂ ਪਿਆ ਹੁੰਦਾ ਕੰਪਰੀਹੈਂਸ਼ਨ ਦੇ ਵਿੱਚ। ਛੋਟੀਆਂ ਕਲਾਸਿਸ ਦੇ ਲਈ ਡਾਇਰੈਕਟ ਹੁੰਦਾ, ਬਟ ਜਦੋਂ ਕਲਾਸਿਸ ਵੱਡੀਆਂ ਹੋ ਜਾਂਦੀਆਂ ਨੇ ਤਾਂ ਉੱਥੇ ਬੱਚੇ ਨੂੰ ਐਫਰਟਸ ਕਰਨੇ ਪੈਂਦੇ ਨੇ, ਕੰਪੋਜ਼ ਕਰਨਾ ਪੈਂਦਾ ਆਪਣਾ ਆਨਸਰ ਯੂਜ਼ਿੰਗ ਡਿਫਰੈਂਟ ਗ੍ਰਾਮੈਟੀਕਲ ਸਟਰਕਚਰ। ਫਿਰ ਗ੍ਰਾਮੈਟੀਕਲ ਸਟਰਕਚਰ ਵੀ ਬੱਚੇ ਨੂੰ ਚੇਂਜ ਕਰਨਾ ਪੈਂਦਾ ਜੋ ਪੈਰਾਗ੍ਰਾਫ ਦੇ ਵਿੱਚ ਦਿੱਤਾ ਹੁੰਦਾ। ਥਰੂ ਹੀ ਦੋ ਹੀ ਮੇ ਯੂਜ਼ ਦਾ ਸੇਮ ਲੈਕਸੀਕਲ ਆਈਟਮਸ ਐਜ਼ ਦੋਜ਼ ਇਨ ਦਾ ਪੈਸੇਜ ਔਰ ਇਨ ਦਾ ਕੁਐਸਚਨ। ਫਿਰ ਉਹਦੇ ਅਕੋਰਡਿੰਗ ਬੱਚਾ ਜਿਹੜੀਆਂ ਲੈਕਸੀਕਲ ਆਈਟਮਸ ਨੇ ਉਹਨਾਂ ਨੂੰ ਯੂਜ਼ ਕਰਦਾ ਸੇਮ ਨੂੰ, ਜਿਹੜੀਆਂ ਕਿ ਕੁਐਸਚਨ ਦੇ ਅਕੋਰਡਿੰਗ ਹੁੰਦੀਆਂ ਨੇ ਅਤੇ ਪੈਰਾਗ੍ਰਾਫ ਦੇ ਵਿੱਚ ਦਿੱਤੀਆਂ ਹੁੰਦੀਆਂ ਨੇ, ਉਹਨਾਂ ਨੂੰ ਉਹਦੇ ਅਕੋਰਡਿੰਗ ਦੇਖਦਾ ਹੈ। ਪਿਊਪਲਸ ਆਨਸਰ ਮੇ ਕੈਰੀ ਸਰਟਨ ਐਰਰਸ। ਹੁਣ ਜਿਹੜੇ ਬੱਚੇ ਨੇ ਜਦੋਂ ਉਹ ਆਪਣਾ ਆਨਸਰ ਲਿਖਣਗੇ ਤਾਂ ਉਹਦੇ ਵਿੱਚ ਕੁਛ ਜਿਹੜੀਆਂ ਐਰਰਸ ਨੇ, ਗਲਤੀਆਂ ਨੇ, ਉਹ ਜ਼ਰੂਰ ਹੋਣਗੀਆਂ। ਵਿਚ ਮੇ ਬੀ ਦਾ ਰਿਜ਼ਲਟਸ ਆਫ 3 ਫੈਕਟਰਸ, ਜਿਨ੍ਹਾਂ ਨਾਲ ਕਿ ਜਿਹੜੇ 3 ਫੈਕਟਰਸ ਦਾ ਰਿਜ਼ਲਟ ਉੱਥੇ ਦੇਖਣ ਨੂੰ ਮਿਲੇਗਾ। ਇਨਐਬਿਲਿਟੀ ਟੂ ਕੰਪਰੀਹੈਂਡ ਦਾ ਕੁਐਸਚਨ, ਮੀਨਸ ਬੱਚੇ ਦੇ ਵਿੱਚ ਕੀ ਅਯੋਗਤਾ ਕਿ ਬੱਚਾ ਜਿਹੜਾ ਕੁਐਸਚਨ ਆ ਉਹਨੂੰ ਸਹੀ ਢੰਗ ਨਾਲ ਕੰਪਰੀਹੈਂਡ ਨਹੀਂ ਕਰ ਸਕਿਆ। ਇਨੇਬਲ ਹੈ। ਇਨਐਬਿਲਿਟੀ ਟੂ ਕੰਪੋਜ਼ ਪ੍ਰੋਪਰ ਆਨਸਰ ਇਨ ਪ੍ਰੋਪਰ ਸੈਂਟੈਂਸ ਸਟਰਕਚਰ। ਫਿਰ ਦੂਸਰਾ ਇਨਐਬਿਲਿਟੀ ਕਿਸ ਚੀਜ਼ ਦੇ ਵਿੱਚ ਹੈ ਕਿ ਬੱਚਾ ਪ੍ਰੋਪਰ ਆਨਸਰ ਹੈ ਜਿਹੜਾ ਉਹ ਪ੍ਰੋਪਰ ਸੈਂਟੈਂਸ ਸਟਰਕਚਰ ਦੇ ਵਿੱਚ ਕੰਪੋਜ਼ ਨਹੀਂ ਕਰ ਸਕਿਆ। ਇਨਐਬਿਲਿਟੀ ਟੂ ਕੰਪਰੀਹੈਂਡ ਦਾ ਮਟੀਰੀਅਲ, ਕਿ ਬੱਚੇ ਨੇ ਜਿਹੜਾ ਵੀ ਮਟੀਰੀਅਲ ਪੜ੍ਹਿਆ ਉਹਨੂੰ ਸਹੀ ਢੰਗ ਨਾਲ ਉਹ ਕੰਪਰੀਹੈਂਡ ਕਰਨ ਦੇ ਵਿੱਚ ਇਨੇਬਲ ਹੈ, ਉਹਦੀ ਐਬਿਲਿਟੀ ਨਹੀਂ ਹੈ। ਫॉर द whole of this task the teacher will have to build up pupils language and also guide them in respect of grammatical structures, lexical items and related matters। ਹੁਣ ਜਿਹੜਾ ਟੀਚਰ ਆ ਉਹਨੇ ਇਸ ਸਾਰੇ ਪ੍ਰੋਸੈਸ ਦੇ ਲਈ, ਸਾਰੇ ਕੰਮ ਦੇ ਲਈ ਬੱਚਿਆਂ ਦੀ ਜਿਹੜੀ ਲੈਂਗੁਏਜ ਡਿਵੈਲਪ ਕਰਨੀ ਹੈ ਅਤੇ ਉਹਨਾਂ ਨੂੰ ਗਾਈਡ ਕਰਨਾ ਹੈ। ਗ੍ਰਾਮੈਟੀਕਲ ਜਿਹੜੇ ਸਟਰਕਚਰਸ ਨੇ, ਲੈਕਸੀਕਲ ਆਈਟਮਸ ਨੇ ਅਤੇ ਜਿਹੜੇ ਰਿਲੇਟਡ ਮੈਟਰਸ ਨੇ ਉਹਨਾਂ ਦੇ ਨਾਲ ਸੰਬੰਧਿਤ। ਡੀਅਰ ਸਟੂਡੈਂਟਸ, ਇਹ ਹਾਫ ਵੀਡੀਓ ਹੈ ਅਤੇ ਨੈਕਸਟ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹਦੇ ਨਾਲ ਰਿਲੇਟਡ ਹੀ ਅਸੀਂ ਜਿਹੜਾ ਟੋਪਿਕ ਆ ਉਹ ਕੰਪਲੀਟ ਕਰਾਂਗੇ। ਥੈਂਕਸ ਫॉर ਵਾਚਿੰਗ।